च तैनू जे चैन नहीं लगदा, दुनिया च तैनू जे चैन नहीं लगदा। यीशु कोल आवीं ते चंगा है, दुनिया च तैनू जे चैन नहीं लगदा। पापा दे हनेरियां च किथे लंघा जाना है, उच्चे नीवें थावां विच खेडे पिया खाना है। पापा दे हनेरियां च किथे लंघा जाना है, उच्चे नीवें थावां विच खेडे पिया खाना है। तेरा जेड़ा पार चुके तैनू नहीं लगदा, तेरा जेड़ा पार चुके तैनू नहीं लगदा। यीशु कोल आवें ते चंगा है, दुनिया च तैनू जे चैन नहीं लगदा। प्रेज द लॉर्ड एवरीवन। मैं पास्टर कुलभूषण जौहर, एशियन चर्च ऑफ क्राइस्ट वैंकूवर BC ਤੋਂ ਪ੍ਰੋਗਰਾਮ ਨਵੀਂ ਜ਼ਿੰਦਗੀ ਦੇ ਵੱਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਮੈਂ ਉਮੀਦ ਕਰਦਾ ਤੁਸੀਂ ਸਾਰੇ ਚੰਗੇ ਹੋਵੋਗੇ, ਤੰਦਰੁਸਤ ਹੋਵੋਗੇ ਤੇ ਪਰਮੇਸ਼ਰ ਦੇ ਕਲਾਮ ਦੇ ਵਿੱਚ ਵਧ ਰਹੇ ਹੋਵੋਗੇ। ਆਓ ਅਸੀਂ ਹਰ ਵਾਰ ਦੀ ਤਰ੍ਹਾਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਸਿੱਖਣ ਤੋਂ ਪਹਿਲਾਂ, ਵਚਨ ਨੂੰ ਪੜ੍ਹਨ ਤੋਂ ਪਹਿਲਾਂ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਈਏ। ਆਓ ਅਸੀਂ ਦੁਆ ਕਰੀਏ। ਸਰਵ ਸ਼ਕਤੀਮਾਨ ਪਰਮੇਸ਼ਰ ਯਿਸੂ ਮਸੀਹ ਨਾਸਰੀ, ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਦਇਆ ਕਰਨ ਵਾਲੇ ਪਰਮੇਸ਼ਰ ਹੋ, ਅੱਛੇ ਸੱਚੇ ਜੀਵਿਤ ਹੋ, ਪ੍ਰਾਰਥਨਾਵਾਂ ਨੂੰ ਸੁਣਦੇ ਹੋ। ਤੁਹਾਡਾ ਧੰਨਵਾਦ, ਇੱਕ ਹੋਰ ਮੌਕਾ ਤੁਸੀਂ ਸਾਨੂੰ ਦਿੱਤਾ, ਤੁਹਾਡੇ ਕਲਾਮ ਚੋਂ ਸਿੱਖ ਸਕੀਏ, ਤੁਹਾਡੇ ਵਚਨਾਂ ਚੋਂ ਪੜ੍ਹ ਸਕੀਏ। ਮਹਾਨ ਪਰਮੇਸ਼ਰ ਹੋਣ ਦਿਓ ਜਦੋਂ ਅੱਜ ਅਸੀਂ ਤੁਹਾਡੇ ਵਚਨਾਂ ਚੋਂ ਸਿੱਖੀਏ, ਤੁਹਾਡੇ ਕਲਾਮ ਨੂੰ ਪੜ੍ਹੀਏ। ਖੁਦਾਵੰਦ ਦੇ ਵਚਨ ਸਾਨੂੰ ਨਵੀਂ ਜ਼ਿੰਦਗੀ ਦੇ ਨਾਲ ਜੋੜਨ, ਸਾਡੀ ਜ਼ਿੰਦਗੀ 'ਚ ਪ੍ਰਕਾਸ਼ ਦੇਣ। ਕੋਈ ਅੰਧਕਾਰ ਦੀ ਸ਼ਕਤੀ ਇਹਨਾਂ ਦੇ ਫਲਾਂ ਨੂੰ ਚੁਰਾ ਨਾ ਸਕੇ। ਯੀਸ਼ੂ ਮਸੀਹ ਦੇ ਸਾਮਰਥੀ ਨਾਮ 'ਚ ਅਸੀਂ ਮੰਗਦੇ ਹਾਂ, ਆਮੀਨ, ਆਮੀਨ, ਹਾਲੇਲੂਇਆ। ਮੈਂ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਪ੍ਰਭੂ ਯੀਸ਼ੂ ਮਸੀਹ ਦੀ ਹਜ਼ੂਰੀ ਦੇ ਵਿੱਚ। ਅੱਜ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਬਹੁਤ ਇੰਪੋਰਟੈਂਟ ਟੌਪਿਕ ਦੇ ਬਾਰੇ ਸਿੱਖਣ ਵਾਲੇ ਹਾਂ। ਮੈਂ ਅੱਜ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ, ਜੇ ਤੁਸੀਂ ਆਪਣੇ ਆਪ ਨੂੰ ਟਰਬਲ ਦੇ ਵਿੱਚ ਦੇਖਦੇ ਹੋ, ਜੇ ਤੁਸੀਂ ਆਪਣੇ ਆਪ ਨੂੰ ਬਿਮਾਰੀ ਦੇ ਵਿੱਚ ਦੇਖਦੇ ਹੋ, ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਕੋਈ ਵੀ ਸੁਣਦਾ ਨਹੀਂ, ਤੁਹਾਨੂੰ ਲੱਗਦਾ ਕਿ ਜਿੰਨੀ ਪ੍ਰੋਬਲਮ ਤੁਹਾਡੀ ਲਾਈਫ ਵਿੱਚ ਹੈ ਕਿਸੇ ਦੀ ਲਾਈਫ ਦੇ ਵਿੱਚ ਨਹੀਂ, ਤੁਸੀਂ ਅਲੱਗ-ਅਲੱਗ ਜਗ੍ਹਾ 'ਤੇ ਜਾ ਕੇ ਥੱਕ ਚੁੱਕੇ ਹੋ, ਤੁਸੀਂ ਲੋਕਾਂ ਨੂੰ ਅਪਰੋਚ ਕਰਕੇ ਥੱਕ ਚੁੱਕੇ ਹੋ, ਤੁਸੀਂ ਆਪਣੀ ਟਰਬਲ ਨੂੰ ਹੁਣ ਤੱਕ ਆਪਣੀ ਲਾਈਫ 'ਚ ਉਸੇ ਤਰ੍ਹਾਂ ਦੇਖਦੇ ਹੋ। ਜੇ ਤੁਸੀਂ ਇਸ ਤਰ੍ਹਾਂ ਦੀ ਲਾਈਫ ਨੂੰ ਜੀ ਰਹੇ ਹੋ, ਅੱਜ ਇਹ ਵਚਨ ਤੁਹਾਡੇ ਲਈ ਹੈ ਤੇ ਤੁਹਾਡੀ ਲਾਈਫ ਨੂੰ ਅੱਜ ਇਹ ਚੇਂਜ ਕਰ ਦੇਗਾ, ਮੇਰਾ ਇਹ ਬਿਲੀਵ ਹੈ। ਹਾਲੇਲੂਇਆ। ਆਓ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਇੱਕ ਹਿੱਸੇ ਨੂੰ ਪੜ੍ਹਦੇ ਹਾਂ ਜੋ ਸਾਨੂੰ ਮਿਲਦਾ ਭਜਨ ਸੰਹਿਤਾ ਉਹਦਾ 46ਵਾਂ ਅਧਿਆਇ, ਉਹਦੀ ਪਹਿਲੀ ਆਇਤ ਮੈਂ ਤੁਹਾਡੇ ਲਈ ਪੜ੍ਹਾਂਗਾ। ਇੱਥੇ ਲਿਖਿਆ, ਪਰਮੇਸ਼ਰ ਸਾਡੀ ਓਟ ਅਤੇ ਬਲ ਹੈ, ਉਹ ਦੁਖੀ ਸਮੇਂ ਸਾਡਾ ਵੱਡਾ ਸਹਾਇਕ ਹੈ। ਹਾਲੇਲੂਇਆ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ਵਰ ਸਾਡਾ ਬਲ ਤੇ ਸਾਡੀ ਓਟ ਹੈ, ਦੁੱਖ ਦੇ ਸਮੇਂ ਉਹ ਵੱਡਾ ਸਹਾਇਕ ਹੈ। ਮੇਰੇ ਪਿਆਰਿਓ, ਇਹ ਬਾਈਬਲ ਵਰਸ ਤੁਹਾਡੀ ਲਾਈਫ ਨੂੰ ਚੇਂਜ ਕਰ ਦੇਗੀ ਜੇ ਤੁਸੀਂ ਇਹਦੇ ਤੇ ਮੈਡੀਟੇਟ ਕਰੋਗੇ। ਕੀ ਕਹਿੰਦੀ ਹੈ ਬਾਈਬਲ? ਗੋਡ ਇਜ਼ ਆਵਰ ਰਿਫਿਊਜ ਐਂਡ ਐਵਰ ਪ੍ਰੈਜ਼ੈਂਟ ਹੈਲਪ ਇਨ ਆਵਰ ਟਰਬਲ। ਬਾਈਬਲ ਕਹਿੰਦੀ ਪਰਮੇਸ਼ਵਰ ਸਾਨੂੰ ਮੁਸ਼ਕਿਲ, ਟਰਬਲ, ਮੁਸੀਬਤ ਦੇ ਟਾਈਮ ਦੇ ਵਿੱਚ ਬਹੁਤ ਆਸਾਨੀ ਨਾਲ ਮਿਲਣ ਵਾਲੀ ਇੱਕ ਸਹਾਇਤਾ। ਕਿਹੜੀ ਸਹਾਇਤਾ? ਜਿਹੜੀ ਸਾਨੂੰ ਲੱਗਦੀ ਹੈ ਕਿ ਸਾਡੀ ਲਾਈਫ ਦੇ ਵਿੱਚ ਹੋਣੀ ਚਾਹੀਦੀ ਹੈ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਜੇ ਤੁਸੀਂ ਅੱਜ ਵੀ ਆਪਣੀ ਟਰਬਲ ਦੇ ਨਾਲ ਸਟਰਗਲ ਕਰ ਰਹੇ ਹੋ, ਬਾਈਬਲ ਦੱਸਦੀ ਹੈ ਜਦੋਂ ਅਸੀਂ ਟਰਬਲ ਦੇ ਵਿੱਚ ਹੁੰਦੇ ਹਾਂ, ਅਸੀਂ ਆਪਣੇ ਆਪ ਤੋਂ ਉਹਨਾਂ ਟਰਬਲਸ ਤੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹਾਂ, ਅਲੱਗ-ਅਲੱਗ ਲੋਕਾਂ ਨੂੰ ਮਿਲਦੇ ਹਾਂ, ਅਲੱਗ-ਅਲੱਗ ਜਗ੍ਹਾਵਾਂ 'ਤੇ ਜਾਂਦੇ ਹਾਂ, ਅਸੀਂ ਚਾਹੁੰਦੇ ਹਾਂ ਸਾਡੀ ਟਰਬਲ ਖਤਮ ਹੋ ਜਾਏ। ਬਾਈਬਲ ਕੀ ਕਹਿੰਦੀ ਹੈ ਇਹਦੇ ਬਾਰੇ? ਬਾਈਬਲ ਕਹਿੰਦੀ ਹੈ ਪਰਮੇਸ਼ਵਰ ਸਾਡੀ ਓਟ ਤੇ ਸਾਡਾ ਬਲ ਹੈ, ਉਹ ਦੁੱਖ ਸਮੇਂ ਸਾਡਾ ਵੱਡਾ ਸਹਾਇਕ ਹੈ। ਕੀ ਅਸੀਂ ਪਰਮੇਸ਼ਵਰ ਦੇ ਕੋਲ ਜਾਂਦੇ ਹਾਂ ਜਦੋਂ ਟਰਬਲ ਹੈ, ਜਾਂ ਪਹਿਲਾਂ ਅਸੀਂ ਆਪਣੀਆਂ ਐਫਰਟਸ ਨੂੰ ਹੀ ਲਗਾਉਂਦੇ ਰਹਿੰਦੇ ਹਾਂ, ਕਦੇ ਪ੍ਰਾਰਥਨਾ ਨਹੀਂ ਕਰਦੇ, ਕਦੇ ਪਰਮੇਸ਼ਵਰ ਕੋ ਆ ਕੇ ਉਹਦੀ ਮਰਜ਼ੀ ਜਾਣਨਾ ਨਹੀਂ ਚਾਹੁੰਦੇ? ਮੇਰੇ ਪਿਆਰਿਓ, ਜਿਵੇਂ ਕਿ ਅਸੀਂ ਕੈਨੇਡਾ ਵਰਗੇ ਮੁਲਕ 'ਚ ਰਹਿੰਦੇ ਹਾਂ, ਅਸੀਂ ਜਾਣਦੇ ਹਾਂ ਜਦੋਂ ਕੋਈ ਵੀ ਟਰਬਲ, ਕੋਈ ਬਿਮਾਰੀ, ਕੋਈ ਅਜਿਹਾ ਕੋਈ ਵੱਡਾ ਹਾਦਸਾ ਲਾਈਫ ਦੇ ਵਿੱਚ ਹੁੰਦਾ, ਸਭ ਤੋਂ ਪਹਿਲਾਂ ਅਸੀਂ ਕਾਲ ਕਰਦੇ ਹਾਂ 911।
911 ਦਾ ਮਤਲਬ ਸਾਨੂੰ ਪਤਾ ਕਿ ਸਾਡੀ ਜਿਹੜੀ ਸਹਾਇਤਾ ਉਹ ਔਨ ਦਾ ਵੇ ਹੈ, ਉਹ ਜਲਦੀ ਸਾਡੇ ਕੋਲ ਆਏਗੀ ਤੇ ਸਾਨੂੰ ਟਰਬਲ ਚੋਂ ਕੱਢ ਲਏਗੀ। ਮੇਰੇ ਪਿਆਰਿਓ, ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਬਾਈਬਲ ਕੀ ਕਹਿੰਦੀ ਹੈ 911 ਬਾਰੇ। ਕਿਹੜੀ 911 ਬਾਈਬਲ ਦੇ ਵਿੱਚ ਦਿੱਤੀ ਗਈ ਹੈ ਜਿਹੜੀ ਸੱਚਮੁੱਚ ਸਾਡੀ ਸਹਾਇਤਾ ਕਰਦੀ ਹੈ। ਮੈਂ ਤੁਹਾਨੂੰ ਦੱਸਿਆ ਕਿ ਬਾਈਬਲ ਕਹਿੰਦੀ ਹੈ ਕਿ ਪਰਮੇਸ਼ਵਰ ਬੜੀ ਈਜ਼ੀਲੀ ਸਾਡੀ ਮੁਸੀਬਤ ਦੇ ਵਕਤ ਸਾਨੂੰ ਮਿਲਣ ਵਾਲੀ ਸਹਾਇਤਾ। ਪਰ ਅਸੀਂ ਦੇਖਾਂਗੇ ਭਜਨ ਸੰਹਿਤਾ 91 ਉਹਦਾ ਪਹਿਲਾ ਅਧਿਆਇ 91:1 ਇੱਥੇ ਕੀ ਲਿਖਿਆ? ਇੱਥੇ ਲਿਖਿਆ, ਪਰਮ ਪ੍ਰਧਾਨ ਦੀ ਸ਼ਰਨ ਵਿੱਚ ਰਹਿਣ ਵਾਲਾ ਜੋ ਸਰਵ ਸ਼ਕਤੀਮਾਨ ਦੀ ਛਾਂ ਹੇਠਾਂ ਰਹਿੰਦਾ ਹੈ, ਉਹ ਪ੍ਰਭੂ ਨੂੰ ਇਸ ਤਰ੍ਹਾਂ ਕਹੇਗਾ, ਤੂੰ ਮੇਰੀ ਸ਼ਰਨ ਅਤੇ ਗੜ੍ਹ ਹੈ, ਤੂੰ ਮੇਰਾ ਪਰਮੇਸ਼ਰ ਹੈ ਜਿਸ ਤੇ ਮੈਂ ਭਰੋਸਾ ਰੱਖਿਆ ਹੈ। ਹਾਲੇਲੂਇਆ। ਬਾਈਬਲ ਕਹਿੰਦੀ ਪਰਮ ਪ੍ਰਧਾਨ ਦੀ ਸ਼ਰਨ ਵਿੱਚ ਉਹਦੇ ਉਸ ਖੰਭਾਂ ਦੇ ਥੱਲੇ ਰਹਿਣ ਵਾਲਾ ਸਰਵ ਸ਼ਕਤੀਮਾਨ ਦੀ ਛਾਂ ਹੇਠਾਂ ਰਹਿੰਦਾ ਹੈ। ਇਹ ਬਾਈਬਲ ਦਾ 911 ਹੈ। ਇਹ ਦੱਸਦਾ ਕਿ ਸਾਨੂੰ ਪਰਮੇਸ਼ਵਰ ਦੇ ਪਰਾਂ ਦੇ ਥੱਲੇ ਰਹਿਣਾ, ਪਰਮੇਸ਼ਵਰ ਦੇ ਉਸ ਥਾਂ ਤੇ ਜਿਸ ਜਗ੍ਹਾ ਤੇ ਸਾਨੂੰ ਰੱਖਿਆ ਉਹਦੇ ਵਿੱਚ ਬਣੇ ਰਹਿਣਾ ਤਾਂ ਕਿ ਉਹ ਸਾਡੀ ਸਹਾਇਤਾ ਲੋੜ ਪੈਣ ਤੇ ਕਰ ਸਕੇ। ਹਾਲੇਲੂਇਆ। ਅੱਜ ਜਦੋਂ ਟਰਬਲ ਸਾਡੀ ਲਾਈਫ 'ਚ ਆਉਂਦੀ ਹੈ, ਅਸੀਂ ਅਲੱਗ-ਅਲੱਗ ਅਪਰੋਚ ਲਗਾਉਂਦੇ ਹਾਂ, ਅਸੀਂ ਅਲੱਗ-ਅਲੱਗ ਚੀਜ਼ਾਂ ਨੂੰ ਲਾਈਫ ਦੇ ਵਿੱਚ ਐਕਸਪੈਰੀਮੈਂਟ ਕਰਨਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਇਹਦੇ 'ਚੋਂ ਨਿਕਲ ਜਾਈਏ। ਸਾਨੂੰ ਕੋਈ ਨਹੀਂ ਵੀ ਜਾਣਦਾ, ਅਸੀਂ ਉਹਦੇ ਤੱਕ ਵੀ ਅਪਰੋਚ ਕਰਨਾ ਚਾਹੁੰਦੇ ਹਾਂ। ਕਿਉਂ? ਕਿਉਂਕਿ ਅਸੀਂ ਆਪਣੀ ਟਰਬਲ ਤੋਂ ਨਿਕਲਣਾ ਚਾਹੁੰਦੇ ਹਾਂ। ਪਰ ਬਾਈਬਲ ਕਹਿੰਦੀ ਹੈ ਸ਼ਰਾਪਿਤ ਉਹ ਮਨੁੱਖ ਜੋ ਮਨੁੱਖ ਤੇ ਭਰੋਸਾ ਰੱਖਦਾ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਨਸਾਨਾਂ ਤੇ ਭਰੋਸਾ ਨਹੀਂ ਰੱਖਣਾ, ਪਰ ਇਹਦਾ ਮਤਲਬ ਇਹ ਹੈ ਕਿ ਅਸੀਂ ਇਸ ਚੀਜ਼ ਨੂੰ ਜਾਂਚਣਾ ਕਿ ਕਿਹੜੀ ਸਹਾਇਤਾ, ਕਿਹੜਾ ਮਨੁੱਖ ਪਰਮੇਸ਼ਰ ਦੇ ਵੱਲੋਂ ਸਾਡੀ ਲਾਈਫ ਦੇ ਵਿੱਚ ਦਿੱਤਾ ਗਿਆ। ਹਾਲੇਲੂਇਆ। ਕਈ ਵਾਰ ਅਸੀਂ ਡਿਵਾਈਨ ਹੈਲਪਰਸ ਨੂੰ ਇਗਨੋਰ ਕਰ ਦਿੰਦੇ ਹਾਂ। ਅਸੀਂ ਆਪਣੀਆਂ ਬਣਾਈਆਂ ਹੋਈਆਂ ਆਪਣੇ ਬਣਾਏ ਹੋਏ ਉਹਨਾਂ ਸੋਰਸਸ ਤੇ ਅਸੀਂ ਜ਼ਿਆਦਾ ਡਿਪੈਂਡ ਹੋ ਜਾਂਦੇ ਹਾਂ ਤੇ ਅਸੀਂ ਟਰਬਲ ਚੋਂ ਨਹੀਂ ਨਿਕਲ ਪਾਉਂਦੇ। ਬਾਈਬਲ ਕਹਿੰਦੀ ਹੈ ਕਿ ਜੋ ਪਰਮ ਪ੍ਰਧਾਨ ਦੇ ਛਾਏ ਹੋਏ ਸਥਾਨ ਦੇ ਉੱਤੇ ਬੈਠਾ ਰਹੇਗਾ, ਉਹ ਉਹਨੂੰ ਛੁਡਾਏਗਾ, ਉਹਨੂੰ ਸਹਾਇਤਾ ਦੇਗਾ। ਹਾਲੇਲੂਇਆ। ਮੇਰੇ ਪਿਆਰਿਓ, ਮੈਂ ਜਾਣਦਾ ਜਦੋਂ ਲਾਈਫ ਦੇ ਵਿੱਚ ਟਰਬਲ ਆਉਂਦੀ ਆ, ਅਸੀਂ ਸੋਚਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਇਹਦੇ ਚੋਂ ਨਿਕਲ ਜਾਈਏ। ਅਸੀਂ ਅਲੱਗ-ਅਲੱਗ ਤਰ੍ਹਾਂ ਨਾਲ ਆਪਣੇ ਐਫਰਟਸ ਕਰਦੇ ਹਾਂ ਜੋ ਕਿ ਗਲਤ ਨਹੀਂ, ਸਾਨੂੰ ਕਰਨੇ ਜ਼ਰੂਰੀ ਨੇ ਕਿਉਂਕਿ ਬਿਨਾਂ ਐਫਰਟਸ ਦੇ ਅਸੀਂ ਉਹ ਚੋਂ ਨਹੀਂ ਨਿਕਲ ਸਕਦੇ। ਪਰ ਮੈਂ ਤੁਹਾਨੂੰ ਕੀ ਦੱਸ ਰਿਹਾ? ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜੇ ਅਸੀਂ ਆਪਣੇ ਐਫਰਟਸ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰਦੇ ਹਾਂ, ਅਸੀਂ ਪਰਮੇਸ਼ਰ ਦੇ ਕੋਲੇ ਜਾਂਦੇ ਹਾਂ, ਅਸੀਂ ਦੁਆ 'ਚ ਬੈਠਦੇ ਹਾਂ, ਅਸੀਂ ਪਰਮੇਸ਼ਰ ਤੋਂ ਸਹਾਇਤਾ ਨੂੰ ਮੰਗਦੇ ਹਾਂ, ਬਾਈਬਲ ਕਹਿੰਦੀ ਹੈ ਕਿ ਉਹਨੇ ਸਾਡੇ ਨਾਲ ਇੱਦਾਂ ਦੀਆਂ ਕਵਨੈਂਟਸ ਬੰਨੀਆਂ ਨੇ ਕਿ ਅਸੀਂ ਆਪਣੀ ਲਾਈਫ ਦੀ ਸੜਾਹਟ ਤੋਂ ਛੁੱਟ ਸਕਦੇ ਹਾਂ। ਜਦੋਂ ਤੁਸੀਂ ਪਰਮੇਸ਼ਰ ਦੇ ਨਾਲ ਜੁੜੇ ਹੋਵੋਗੇ, ਇਹ ਇਸ ਤਰ੍ਹਾਂ ਤਾਂ ਨਹੀਂ ਕਿ ਪਰਮੇਸ਼ਰ ਕਿਸੇ ਕੋਲ ਜਾਣ ਲਈ ਨਹੀਂ ਕਹੇਗਾ, ਕਿਸੇ ਨਾਲ ਗੱਲ ਕਰਨ ਨੂੰ ਨਹੀਂ ਕਹੇਗਾ, ਪਰ ਜਦੋਂ ਤੁਸੀਂ ਪਰਮੇਸ਼ਰ ਦੀ ਅਗਵਾਈ ਦੇ ਵਿੱਚ ਚੱਲੋਗੇ, ਉਸ 911 ਦੀ ਅਗਵਾਈ 'ਚ ਚੱਲੋਗੇ, ਉਹ ਤੁਹਾਨੂੰ ਸਹੀ ਇਨਸਾਨ ਕੋਲੇ ਭੇਜੇਗਾ। ਤੁਸੀਂ ਬਿਮਾਰ ਹੋ, ਤੁਹਾਨੂੰ ਨਹੀਂ ਪਤਾ ਮੈਂ ਕਿੱਥੇ ਜਾਵਾਂ, ਪਰਮੇਸ਼ਰ ਤੁਹਾਨੂੰ ਸਹੀ ਡਾਕਟਰ ਕੋਲ ਭੇਜੇਗਾ। ਤੁਸੀਂ ਇਮੀਗ੍ਰੇਸ਼ਨ ਦੇ ਵਿੱਚ ਫਸੇ ਹੋਏ ਹੋ, ਤੁਸੀਂ ਨਹੀਂ ਜਾਣਦੇ ਕਿਹਦੇ ਕੋਲ ਜਾਵਾਂ, ਪਰਮੇਸ਼ਰ ਤੁਹਾਨੂੰ ਸਹੀ ਇਮੀਗ੍ਰੇਸ਼ਨ ਦੇ ਆਫੀਸਰ ਕੋਲ ਭੇਜੇਗਾ। ਉਹ ਅਲੱਗ-ਅਲੱਗ ਤਰ੍ਹਾਂ ਦੇ ਨਾਲ ਤੁਹਾਡੀ ਲਾਈਫ ਨੂੰ ਚੇਂਜ ਕਰ ਦੇਗਾ ਜਦੋਂ ਤੁਸੀਂ ਉਹਦੇ ਕੋਲ ਬੈਠ ਕੇ ਉਸ ਸਹਾਇਤਾ ਨੂੰ ਮੰਗੋਗੇ। ਬਾਈਬਲ ਕਹਿੰਦੀ ਉਹ ਇੱਦਾਂ ਦੀ ਸਹਾਇਤਾ ਜੋ ਈਜ਼ੀਲੀ ਮਿਲ ਜਾਂਦੀ ਹੈ, ਪਰ ਅਸੀਂ ਉਸ ਈਜ਼ੀਲੀ ਅਵੇਲੇਬਲ ਸਹਾਇਤਾ ਨੂੰ ਲੈਂਦੇ ਹਾਂ ਜਾਂ ਅਸੀਂ ਸਿਰਫ ਆਪਣੇ ਹੀ ਐਫਰਟਸ ਲਗਾਉਂਦੇ ਹਾਂ। ਹਾਲੇਲੂਇਆ। ਬਾਈਬਲ ਦੱਸਦੀ ਹੈ ਕਿ ਪਰਮੇਸ਼ਰ ਸਾਡੇ ਨਾਲ ਪਿਆਰ ਕਰਦਾ, ਅਜਿਹਾ ਪਿਆਰ ਜੋ ਕੋਈ ਨਹੀਂ ਕਰ ਸਕਦਾ। ਬਾਈਬਲ ਕਹਿੰਦੀ ਉਹ ਸਾਡੀ ਕੇਅਰ ਕਰਦਾ, ਉਹ ਸਾਡੀ ਇੰਨੀ ਕੇਅਰ ਕਰਦਾ ਕਿ ਉਹਨੇ ਆਪਣੇ ਇਕਲੌਤੇ ਪੁੱਤਰ ਨੂੰ ਸਾਡੇ ਲਈ ਦੇ ਦਿੱਤਾ। ਹਾਲੇਲੂਇਆ। ਮੇਰੇ ਪਿਆਰਿਓ, ਜਦੋਂ ਅਸੀਂ ਪਰਮੇਸ਼ਰ ਦੇ ਕੋਲ ਬੈਠਾਂਗੇ, ਉਹ ਸਾਡੇ ਨਾਲ ਗੱਲ ਵੀ ਕਰੇਗਾ, ਉਹ ਸਾਨੂੰ ਛੜਾਏਗਾ ਵੀ ਤੇ ਉਹ ਸਾਨੂੰ ਉੱਚਾ ਵੀ ਚੱਕੇਗਾ। ਅਸੀਂ ਰੁਕਾਂਗੇ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਮੈਂ ਤੁਹਾਨੂੰ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਅੱਗੇ ਦੱਸਾਂਗਾ।
ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ। ਅਸੀਂ ਦੇਖ ਰਹੇ ਹਾਂ ਕਿ ਜਦੋਂ ਮੁਸੀਬਤ ਦਾ ਟਾਈਮ ਆਉਂਦਾ, ਜਦੋਂ ਟਰਬਲ ਦਾ ਟਾਈਮ ਆਉਂਦਾ, ਅਸੀਂ ਸਭ ਤੋਂ ਪਹਿਲਾਂ ਕਿੱਧਰ ਭੱਜਦੇ ਹਾਂ। ਮੈਂ ਤੁਹਾਨੂੰ ਦੱਸਿਆ ਕਿ ਬਾਈਬਲ 911 ਦੇ ਬਾਰੇ ਕੀ ਕਹਿੰਦੀ ਹੈ। ਬਾਈਬਲ ਦਾ 911 ਕਹਿੰਦਾ ਜੋ ਪਰਮ ਪ੍ਰਧਾਨ ਦੇ ਛਾਏ ਹੋਏ ਸਥਾਨ ਦੇ ਵਿੱਚ ਬੈਠਾ ਰਹੇਗਾ, ਉਹ ਸਹੀ ਟਾਈਮ ਤੇ ਉਹਨੂੰ ਛੜਾਏਗਾ ਵੀ, ਉਹ ਆਪਣੇ ਫੰਗਾਂ ਦੇ ਥੱਲੇ ਉਹਨੂੰ ਲੈ ਲਏਗਾ, ਉਹ ਕਿਸੇ ਵੀ ਤਰ੍ਹਾਂ ਨੂੰ ਟਰਬਲ 'ਚ ਨਹੀਂ ਜਾਣ ਦੇਗਾ। ਮੇਰੇ ਪਿਆਰਿਓ, ਬਾਈਬਲ ਦੱਸਦੀ ਹੈ ਕਿ ਜਦੋਂ ਅਸੀਂ ਮੁਸੀਬਤ ਦੇ ਟਾਈਮ ਦੇ ਵਿੱਚ ਹੁੰਨੇ ਆ, ਸਾਨੂੰ ਉਸ ਟਾਈਮ ਆਪਣੇ ਵਿਸ਼ਵਾਸ ਦੇ ਵਿੱਚ ਖੜੇ ਰਹਿਣਾ, ਉਸ ਟਾਈਮ ਸਾਨੂੰ ਪ੍ਰਾਰਥਨਾ ਦੇ ਲਾਈਫ ਨੂੰ ਨਹੀਂ ਛੱਡਣਾ, ਉਸ ਟਾਈਮ ਸਾਨੂੰ ਪਰਮੇਸ਼ਰ ਦੀ ਸੰਗਤੀ ਦੀ ਲਾਈਫ ਨੂੰ ਨਹੀਂ ਛੱਡਣਾ। ਹਾਲੇਲੂਇਆ। ਇੱਕ ਹਿੱਸੇ ਨੂੰ ਮੈਂ ਤੁਹਾਡੇ ਲਈ ਪੜਾਂਗਾ ਜੋ ਸਾਨੂੰ ਮਿਲਦਾ ਮੱਤੀ ਰਚੀ ਸੁਸਮਾਚਾਰ 17 ਅਧਿਆਏ ਉਹਦੀ 20 ਆਇਤ ਤੋਂ। ਯੀਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, ਆਪਣੇ ਥੋੜੇ ਵਿਸ਼ਵਾਸ ਦੇ ਕਾਰਨ। ਯਾਦ ਰੱਖੋ, ਜੇਕਰ ਤੁਹਾਡਾ ਵਿਸ਼ਵਾਸ ਰਾਈ ਦੇ ਦਾਣੇ ਦੇ ਬਰਾਬਰ ਵੀ ਹੈ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ ਇੱਥੋਂ ਖਿਸਕ ਜਾ ਤੇ ਉੱਥੋਂ ਉਹ ਖਿਸਕ ਜਾਏਗਾ, ਤੁਸੀਂ ਕੁਝ ਵੀ ਕਰ ਸਕੋਗੇ। ਮੇਰੇ ਪਿਆਰਿਓ, ਬਾਈਬਲ ਦੱਸਦੀ ਹੈ ਜਦੋਂ ਯੀਸ਼ੂ ਮਸੀਹ ਦੇ ਚੇਲੇ ਇੱਕ ਬੱਚੇ ਚੋਂ ਦੁਸ਼ਟ ਆਤਮਾ ਨੂੰ ਨਹੀਂ ਕੱਢ ਸਕੇ, ਯੀਸ਼ੂ ਮਸੀਹ ਨੇ ਜਦੋਂ ਉਸ ਬੱਚੇ ਨੂੰ ਉਸ ਦੁਸ਼ਟ ਆਤਮਾ ਤੋਂ ਫ੍ਰੀ ਕੀਤਾ, ਉਹ ਚੇਲੇ ਯੀਸ਼ੂ ਮਸੀਹ ਕੋ ਆ ਕੇ ਪੁੱਛਣ ਲੱਗੇ, ਅਸੀਂ ਇਹਨੂੰ ਕਿਉਂ ਨਹੀਂ ਕੱਢ ਸਕੇ। ਯੀਸ਼ੂ ਮਸੀਹ ਨੇ ਕਿਹਾ, ਤੁਹਾਡੇ ਵਿਸ਼ਵਾਸ ਦੀ ਕਮੀ ਦੇ ਕਾਰਨ। ਫਿਰ ਯੀਸ਼ੂ ਮਸੀਹ ਨੇ ਇੱਕ ਐਗਜ਼ਾਮਪਲ ਦਿੱਤੀ। ਯੀਸ਼ੂ ਮਸੀਹ ਨੇ ਕੀ ਕਿਹਾ? ਉਹਨੇ ਕਿਹਾ, ਯਾਦ ਰੱਖੋ, ਜੇਕਰ ਤੁਹਾਡਾ ਵਿਸ਼ਵਾਸ ਰਾਈ ਦੇ ਦਾਣੇ ਦੇ ਬਰਾਬਰ ਵੀ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ ਇੱਥੋਂ ਖਿਸਕ ਜਾ। ਯੀਸ਼ੂ ਮਸੀਹ ਨੇ ਇੱਕ ਰਾਈ ਦੇ ਦਾਣੇ ਦਾ ਇੱਕ ਉੱਥੇ ਐਗਜ਼ਾਮਪਲ ਦਿੱਤਾ। ਕਿਉਂ ਰਾਈ ਦੇ ਦਾਣੇ ਦਾ ਐਗਜ਼ਾਮਪਲ ਦਿੱਤਾ? ਰਾਈ ਦੇ ਦਾਣੇ ਦਾ ਮਤਲਬ ਹੈ, ਜੇ ਉਸ ਦਾਣੇ ਨੂੰ ਤੁਸੀਂ, ਉਸ ਬੀਜ ਨੂੰ ਜੇ ਤੁਸੀਂ ਬੀਜ ਦਿਓਗੇ, ਉਹ ਵਧੇਗਾ, ਉਹ ਫਰੂਟ ਲੈ ਕੇ ਆਏਗਾ, ਉਹ ਉੱਡਣਾ ਹੀ ਨਹੀਂ ਰਹੇਗਾ। ਯੀਸ਼ੂ ਮਸੀਹ ਉੱਥੇ ਦੱਸ ਰਹੇ ਸੀ, ਜੇ ਤੁਹਾਡੀ ਲਾਈਫ ਦੇ ਵਿੱਚ ਵਿਸ਼ਵਾਸ ਹੈ ਤੇ ਤੁਸੀਂ ਉਹਦੇ ਤੇ ਕੰਮ ਕਰੋਗੇ, ਆਪਣੇ ਵਿਸ਼ਵਾਸ ਨੂੰ ਪ੍ਰੋਟੈਕਟ ਕਰੋਗੇ, ਤੁਹਾਡਾ ਵਿਸ਼ਵਾਸ ਵਧੇਗਾ ਤੇ ਫਿਰ ਤੁਸੀਂ ਇਸ ਪਹਾੜ ਨੂੰ ਵੀ ਕਹੋਗੇ ਇੱਥੋਂ ਖਿਸਕ ਜਾ ਤੇ ਉਹ ਖਿਸਕ ਜਾਏਗਾ। ਇਹਦਾ ਮਤਲਬ ਉਹ ਟਰਬਲਸ ਜੋ ਪਹਾੜ ਵੱਲੋਂ ਤੁਹਾਡੀ ਲਾਈਫ ਦੇ ਵਿੱਚ ਖੜੀਆਂ ਹੋਈਆਂ ਨੇ, ਪਹਾੜ ਦੇ ਵਾਂਗ ਤੁਹਾਡੀ ਲਾਈਫ ਦੇ ਵਿੱਚ ਉਹ ਅਟੱਲ ਨੇ। ਜੋ ਤੁਸੀਂ ਵਿਸ਼ਵਾਸ ਕਰੋਗੇ, ਥੋੜਾ ਜਿਹਾ ਵਿਸ਼ਵਾਸ ਕਰਨ ਤੋਂ ਬਾਅਦ ਉਹਨੂੰ ਵਧਾਓਗੇ, ਥੋੜੀ ਪ੍ਰਾਰਥਨਾ ਕਰਨ ਤੋਂ ਬਾਅਦ ਉਸ ਪ੍ਰਾਰਥਨਾ ਲਾਈਫ ਨੂੰ ਵਧਾਓਗੇ, ਜਦੋਂ ਤੁਸੀਂ ਆਪਣੀ ਲਾਈਫ ਨੂੰ ਪਰਮੇਸ਼ਰ ਦੇ ਨਾਲ ਵਧਾਉਣਾ ਸ਼ੁਰੂ ਕਰੋਗੇ, ਉਹ ਫੇਥ ਤੁਹਾਡੀ ਲਾਈਫ ਦੇ ਵਿੱਚ ਫਰੂਟ ਨੂੰ ਵਧਾਉਣਾ ਸ਼ੁਰੂ ਕਰੇਗਾ, ਤੁਹਾਨੂੰ ਸਟਰੈਂਥ ਦੇਗਾ। ਉਹ ਫਰੂਟ ਤੁਹਾਡੀ ਲਾਈਫ ਨੂੰ ਇੰਨਾ ਜ਼ਿਆਦਾ ਸਟਰੈਂਥਨ ਕਰ ਦੇਗਾ ਕਿ ਫਿਰ ਤੁਸੀਂ ਉਸ ਮੁਸੀਬਤ ਨੂੰ ਕਹੋਗੇ ਕਿ ਤੁਹਾਡੀ ਲਾਈਫ 'ਚੋਂ ਜਾ ਤੇ ਉਹ ਜਾਏਗੀ। ਯਾਦ ਰੱਖੋ, ਪਰਮੇਸ਼ਰ ਕਹਿੰਦਾ ਕਿ ਮੈਂ ਤੁਹਾਡੇ ਸਰੀਰ ਨੂੰ ਇਸ ਤਰ੍ਹਾਂ ਬਣਾਇਆ ਕਿ ਤੁਹਾਡੀ ਬਾਡੀ ਦਾ ਹਰ ਇੱਕ ਪਾਰਟ, ਹਰ ਇੱਕ ਅੰਗ ਉਹਦੀ ਕਮਾਂਡ ਨੂੰ ਸੁਣ ਸਕੇ। ਇਹਦਾ ਮਤਲਬ ਸਾਡੀ ਬਾਡੀ ਦੇ ਜਿੰਨੇ ਪਾਰਟਸ ਨੇ ਉਹ ਕਮਾਂਡ ਨੂੰ ਸੁਣਦੇ ਨੇ, ਉਹ ਉਸ ਕਮਾਂਡ ਨੂੰ ਸਮਝਦੇ ਨੇ। ਜੇ ਅਸੀਂ ਪਰਮੇਸ਼ਰ ਦੀ ਸੰਗਤੀ ਦੇ ਵਿੱਚ ਆ, ਅਸੀਂ ਕਮਾਂਡ ਕਰਾਂਗੇ, ਚੀਜ਼ਾਂ ਚੇਂਜ ਹੋਣਗੀਆਂ। ਹਾਲੇਲੂਇਆ। ਪਰ ਹੁਣ ਇਸ ਚੀਜ਼ ਨੂੰ ਸੁਣ ਕੇ ਵੀ ਕਈ ਲੋਕ ਸੋਚਦੇ ਹੋਣਗੇ, ਇਹ ਕਿੱਦਾਂ ਪੋਸੀਬਲ ਆ? ਮੇਰੇ ਪਿਆਰਿਓ, ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਇਸ ਤਰ੍ਹਾਂ ਕਹਿੰਦੇ ਹਾਂ, ਅਸੀਂ ਵਿਸ਼ਵਾਸ ਦੇ ਵਿੱਚ ਥੱਲੇ ਜਾਂਦੇ ਹਾਂ, ਜਦ ਕਿ ਬਾਈਬਲ ਇਦਾਂ ਨਹੀਂ ਕਹਿੰਦੀ। ਬਾਈਬਲ ਕਹਿੰਦੀ ਕਿ ਦੋ ਤਰ੍ਹਾਂ ਦੇ ਲੋਕ ਨੇ, ਇੱਕ ਉਹ ਲੋਕ ਜਿਨ੍ਹਾਂ ਨੂੰ ਸਿਰਫ ਖਾਣਾ ਚਾਹੀਦਾ, ਇੱਕ ਉਹ ਲੋਕ ਜਿਨ੍ਹਾਂ ਨੂੰ ਬੀਜ ਚਾਹੀਦਾ। ਬਾਈਬਲ ਦੱਸਦੀ ਹੈ ਕਿ ਜੇ ਕੁਝ ਲੋਕ ਖਾਣਾ ਹੀ ਚਾਹੁੰਦੇ ਨੇ, ਖਾਣੇ ਦਾ ਮਤਲਬ ਜਿਨ੍ਹਾਂ ਨੂੰ ਸਭ ਕੁਝ ਬਣਿਆ ਬਣਾਇਆ ਹੀ ਚਾਹੀਦਾ ਹੈ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਸਾਡੀ ਮੁਸੀਬਤ ਆਪਣੇ ਆਪ ਹੀ ਠੀਕ ਹੋ ਜਾਵੇ, ਸਾਡੀ ਮੁਸੀਬਤ ਲਈ ਕੁਝ ਉੱਪਰੋਂ ਕੁਝ ਡਿੱਗੇ ਤੇ ਸਭ ਚੀਜ਼ਾਂ ਫਿਕਸ ਹੋ ਜਾਣ, ਜਿਨ੍ਹਾਂ ਨੂੰ ਰੈਡੀਮੇਡ ਸਭ ਕੁਝ ਚਾਹੀਦਾ, ਜੋ ਪ੍ਰਾਰਥਨਾ ਨਹੀਂ ਕਰਨਾ ਚਾਹੁੰਦੇ, ਜੋ ਆਰਾਧਨਾ ਨਹੀਂ ਕਰਨਾ ਚਾਹੁੰਦੇ, ਜੋ ਪਰਮੇਸ਼ਰ ਕੋ ਬੈਠਣਾ ਨਹੀਂ ਚਾਹੁੰਦੇ। ਹੋ ਸਕਦਾ ਹੈ ਪਰਮੇਸ਼ਰ ਉਹਨਾਂ ਦੀ ਲਾਈਫ 'ਚ ਇੱਕ ਡਿਵਾਈਨ ਹੈਲਪਰ ਭੇਜ ਕੇ ਇੱਕ ਵਾਰ ਚੀਜ਼ਾਂ ਨੂੰ ਫਿਕਸ ਕਰ ਦੇਵੇ, ਪਰ ਫਿਰ ਕੀ ਹੋਏਗਾ ਜੇ ਫਿਰ ਤੋਂ ਮੁਸੀਬਤ ਆਏਗੀ? ਹਰ ਵਾਰੀ ਇਸ ਤਰ੍ਹਾਂ ਨਹੀਂ ਹੋਏਗਾ ਕਿ ਚੀਜ਼ਾਂ ਆਪਣੇ ਆਪ ਫਿਕਸ ਹੋ ਜਾਣ। ਪਰ ਦੂਸਰਾ ਵਿਅਕਤੀ ਉਹ ਜੋ ਕਿ ਬਣਿਆ ਬਣਾਇਆ ਨਹੀਂ ਚਾਹੁੰਦਾ, ਜੋ ਬੀਜ ਚਾਹੁੰਦਾ। ਬੀਜ ਦਾ ਮਤਲਬ ਉਹ ਉਸ ਬੀਜ ਨੂੰ ਬੀਜੇਗਾ, ਉਹਦੇ ਤੇ ਕੰਮ ਕਰੇਗਾ, ਉਹਦੇ ਤੇ ਕੰਮ ਕਰਨ ਤੋਂ ਬਾਅਦ ਉਸ ਫਰੂਟ ਨੂੰ ਦੇਖੇਗਾ ਜਿਹਦੇ ਲਈ ਉਹ ਕੰਮ ਕਰ ਰਿਹਾ। ਹਾਲੇਲੂਇਆ। ਯਿਸੂ ਮਸੀਹ ਨੇ ਕਿਹਾ, ਤੇਰਾ ਵਿਸ਼ਵਾਸ ਰਾਈ ਦੇ ਦਾਣੇ ਜਿੰਨਾ ਹੋਵੇ। ਹੁਣ ਰਾਈ ਦਾ ਦਾਣਾ ਤਾਂ ਬਹੁਤ ਛੋਟਾ ਹੈ। ਉਹਦੇ ਕਹਿਣ ਦਾ ਮਤਲਬ ਸੀ, ਜਦੋਂ ਉਸ ਵਿਸ਼ਵਾਸ ਨੂੰ, ਉਸ ਪ੍ਰੇਅਰ ਲਾਈਫ ਨੂੰ, ਆਪਣੇ ਉਸ ਹੌਸਲੇ ਨੂੰ ਜਦੋਂ ਤੂੰ ਬੀਜ ਦੇਂਗਾ ਪਰਮੇਸ਼ਰ ਦੇ ਵਿੱਚ ਤੇ ਬੈਠੇਗਾ ਪਰਮੇਸ਼ਰ ਦੇ ਨਾਲ, ਜਦੋਂ ਤੂੰ ਬਾਈਬਲ 'ਚ ਦਿੱਤੇ 911 ਤੇ ਫੇਥ ਕਰੇਗਾ, ਜਦੋਂ ਤੂੰ ਪਰਮੇਸ਼ਰ ਦੇ ਨਾਲ ਸੰਗਤੀ 'ਚ ਰਹੇਗਾ, ਯਿਸੂ ਮਸੀਹ ਨੇ ਕਿਹਾ, ਫਿਰ ਤੂੰ ਉਸ ਪਹਾੜ ਨੂੰ ਜੋ ਤੇਰੀ ਲਾਈਫ ਦੇ ਵਿੱਚ ਕਦੇ ਨਹੀਂ ਹਿੱਲਣ ਵਾਲਾ, ਤੂੰ ਉਹਨੂੰ ਬੋਲੇਗਾ, ਉਹ ਸੁਣੇਗਾ ਤੇ ਤੇਰੀ ਲਾਈਫ ਚੇਂਜ ਹੋ ਜਾਏਗੀ। ਹਾਲੇਲੂਇਆ। ਬਾਈਬਲ ਦੱਸਦੀ ਹੈ ਕਿ ਜਦੋਂ ਉਹਦੇ ਚੇਲੇ ਉਸ ਚੀਜ਼ ਨੂੰ ਨਹੀਂ ਕੱਢ ਸਕੇ, ਉਸ ਟਰਬਲ ਨੂੰ ਖਤਮ ਨਹੀਂ ਕਰ ਸਕੇ, ਉਹ ਯਿਸੂ ਮਸੀਹ ਕੋਲੇ ਆਇਆ। ਉਸ ਵਿਅਕਤੀ ਨੇ ਕਿਹਾ ਕਿ ਮੇਰੇ ਬੱਚੇ ਨੂੰ ਇੱਕ ਦੁਸ਼ਟ ਆਤਮਾ ਤੰਗ ਕਰਦਾ। ਯਿਸੂ ਮਸੀਹ ਨੇ ਉਸ ਦੁਸ਼ਟ ਆਤਮਾ ਨੂੰ ਡਾਂਟਿਆ, ਉਹ ਬੱਚਾ ਫ੍ਰੀ ਹੋ ਗਿਆ ਤੇ ਚੇਲੇ ਉਸ ਚੀਜ਼ ਨੂੰ ਸੁਣ ਕੇ ਉੱਥੇ ਛੱਡ ਕੇ ਨਹੀਂ ਚਲੇ ਗਏ। ਉਹ ਬਣਿਆ ਬਣਾਇਆ ਲੈਣ ਵਾਲੇ ਨਹੀਂ ਸੀ, ਉਹ ਗਏ ਯਿਸੂ ਮਸੀਹ ਕੋ। ਉਹਨਾਂ ਨੇ ਯਿਸੂ ਮਸੀਹ ਨੂੰ ਪੁੱਛਿਆ, ਇਹ ਗੁਰੂ, ਅਸੀਂ ਇਹਨੂੰ ਕਿਉਂ ਨਹੀਂ ਕੱਢ ਸਕੇ?
ਇਹਦਾ ਮਤਲਬ ਉਹ ਉਸ ਰੂਟ ਦੇ ਵਿੱਚ ਗਏ, ਉਹ ਜਾਣਨਾ ਚਾਹੁੰਦੇ ਸੀ ਕਿ ਇਹਦੇ ਪਿੱਛੇ ਪ੍ਰੋਬਲਮ ਕੀ ਹੈ, ਕਿਉਂ ਅਸੀਂ ਇਹ ਨਹੀਂ ਕਰ ਸਕੇ। ਅੱਜ ਜੇ ਸਾਡੀ ਟਰਬਲ ਖਤਮ ਹੋ ਜਾਏ, ਅਸੀਂ ਕਦੇ ਪਰਮੇਸ਼ਰ ਕੋਲ ਬੈਠ ਕੇ ਉਹਦਾ ਧੰਨਵਾਦ ਕਰਨਾ ਨਹੀਂ ਚਾਹੁੰਦੇ, ਅਸੀਂ ਨਹੀਂ ਪੁੱਛਣਾ ਚਾਹੁੰਦੇ ਪਰਮੇਸ਼ਰ ਇੱਦਾਂ ਕਿਉਂ ਹੋਇਆ। ਯਾਦ ਰੱਖੋ, ਜੇ ਤੁਸੀਂ ਸਿਰਫ ਟਰਬਲ ਨੂੰ ਖਤਮ ਕਰਨ ਵਾਸਤੇ ਪਰਮੇਸ਼ਰ ਕੋਲੋਂ, ਟਰਬਲ ਤਾਂ ਖਤਮ ਹੋ ਜਾਏਗੀ ਪਰ ਉਹ ਫੇਰ ਆਏਗੀ, ਤੇ ਫੇਰ ਜਦੋਂ ਆਏਗੀ ਤੁਹਾਡਾ ਉਹ ਛੋਟਾ ਵਿਸ਼ਵਾਸ ਖਤਮ ਹੋ ਜਾਏਗਾ, ਉਹ ਤੁਹਾਨੂੰ ਉਹਦੇ ਵਿੱਚ ਖੜਾ ਨਹੀਂ ਰਹਿਣ ਦੇਗੀ। ਪਰ ਜੇ ਤੁਸੀਂ ਪਰਮੇਸ਼ਰ ਕੋਲੇ ਆ ਕੇ ਉਸ ਰੂਟ ਦੇ ਵਿੱਚ ਜਾਓਗੇ ਕਿ ਕਿਉਂ ਇਹ ਮੇਰੀ ਲਾਈਫ ਦੇ ਵਿੱਚ ਹੈ, ਕਿਤੇ ਮੇਰੀ ਲਾਈਫ ਦਾ ਉਹ ਟਾਈਮ ਜੋ ਪਰਮੇਸ਼ਰ ਲਈ ਹੈ ਮੈਂ ਬਾਕੀਆਂ ਚੀਜ਼ਾਂ ਵੇਸਟ ਤਾਂ ਨਹੀਂ ਕਰ ਦਿੰਦਾ। ਜਦੋਂ ਤੁਸੀਂ ਉਸ ਚੀਜ਼ ਦੇ ਉੱਤੇ ਕੰਮ ਕਰੋਗੇ, ਉਹ ਟਰਬਲ ਤੁਹਾਡੀ ਲਾਈਫ ਦਾ ਹਿੱਸਾ ਨਹੀਂ ਹੋਏਗੀ। ਪਰਮੇਸ਼ਵਰ ਨੇ ਸਾਨੂੰ ਟਰਬਲ 'ਚ ਰਹਿਣ ਲਈ ਨਹੀਂ ਬਣਾਇਆ। ਪਰਮੇਸ਼ਰ ਨੇ ਕਿਹਾ ਮੈਂ ਇਹ ਚਾਹੁੰਦਾ ਵਾਂ ਤੁਸੀਂ ਫਲ ਲੈ ਕੇ ਆਓ, ਤੁਸੀਂ ਫਰੂਟਫੁਲ ਹੋਵੋ, ਤੁਹਾਡਾ ਫਰੂਟ ਬਣਿਆ ਰਵੇ। ਇਹ ਪਰਮੇਸ਼ਵਰ ਦੀ ਇੱਛਾ ਹੈ। ਇਸੇ ਲਈ ਉਹਨੇ ਕਰੂਸ ਦੇ ਉੱਤੇ, ਸਲੀਬ ਦੇ ਉੱਤੇ ਆਪਣੀ ਜਾਨ ਨੂੰ ਦਿੱਤਾ। ਪਰ ਕੀ ਅਸੀਂ ਉਸ ਫਰੂਟ ਦੇ ਲਈ ਅਸੀਂ ਐਗਰੈਸਿਵ ਹਾਂ? ਕੀ ਅਸੀਂ ਉਸ ਫਰੂਟ ਨੂੰ ਪ੍ਰੋਡਿਊਸ ਕਰਨ ਲਈ ਐਗਰੈਸਿਵ ਹਾਂ? ਹਾਲੇਲੂਇਆ। ਬਾਈਬਲ ਦੱਸਦੀ ਹੈ ਪਰਮੇਸ਼ਵਰ ਮੁਸੀਬਤ ਦੇ ਟਾਈਮ ਤੇ ਬੜੀ ਸਹਿਜ ਨਾਲ ਮਿਲਣ ਵਾਲੀ ਇੱਕ ਸਹਾਇਤਾ, ਪਰ ਕਿੰਨਾ ਲਈ? ਜੋ ਉਹਦੀ ਸੰਗਤੀ 'ਚ ਰਹਿੰਦੇ ਨੇ। ਤੁਸੀਂ ਉਹਨੂੰ ਆਪਣੀ ਮੁਸੀਬਤ ਦੇ ਵੇਲੇ ਆਵਾਜ਼ ਨਹੀਂ ਮਾਰ ਸਕਦੇ ਜਿਹਨੂੰ ਤੁਸੀਂ ਕਦੇ ਮਿਲਦੇ ਹੀ ਨਹੀਂ, ਜਿਹਦੇ ਨਾਲ ਤੁਹਾਡੀ ਕੋਈ ਤੁਹਾਡੀ ਉੱਠਣੀ ਬੈਠਣੀ ਨਹੀਂ। ਪਰ ਜਿਹੜਾ ਤੁਹਾਡਾ ਪੱਕਾ ਦੋਸਤ ਹੋਏਗਾ, ਤੁਸੀਂ ਮੁਸੀਬਤ ਦੇ ਟਾਈਮ ਉਹਨੂੰ ਬੁਲਾਓਗੇ ਤੇ ਉਹ ਤੁਹਾਡੇ ਨਾਲ ਖੜਾ ਹੋਏਗਾ। ਹਾਲੇਲੂਇਆ। ਅਸੀਂ ਰੁਕਾਂਗੇ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਅਸੀਂ ਪਰਮੇਸ਼ਰ ਦੇ ਕਲਾਮ 'ਚ ਸਿੱਖਾਂਗੇ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ। ਅਸੀਂ ਦੇਖ ਰਹੇ ਹਾਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਕਿ ਪਰਮੇਸ਼ਰ ਦਾ ਵਚਨ, ਪਰਮੇਸ਼ਰ ਦੀ ਪ੍ਰੈਜ਼ੈਂਸ ਚੀਜ਼ਾਂ ਨੂੰ ਚੇਂਜ ਕਰ ਦਿੰਦੀ ਹੈ। ਮੁਸੀਬਤ ਦੇ ਟਾਈਮ ਤੋਂ ਈਜ਼ੀਲੀ ਮਿਲਣ ਵਾਲੀ ਸਹਾਇਤਾ। ਮੈਂ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਯਿਸੂ ਮਸੀਹ ਨੇ ਕਿਹਾ, ਜੇ ਤੇਰਾ ਵਿਸ਼ਵਾਸ ਰਾਈ ਦੇ ਦਾਣੇ ਜਿੰਨਾ ਵੀ ਹੋਵੇ, ਤੂੰ ਇਸ ਪਹਾੜ ਨੂੰ ਕਹੇਗਾ ਇੱਥੋਂ ਉਖੜ ਕੇ ਸਮੁੰਦਰ 'ਚ ਜਾ, ਉਹ ਹੋ ਜਾਏਗਾ। ਮੈਂ ਤੁਹਾਨੂੰ ਦੱਸਾਂਗਾ ਇੱਕ ਹੋਰ ਵੱਡੇ ਭੇਦ ਦੇ ਬਾਰੇ ਬਾਈਬਲ ਦੇ ਵਿੱਚੋਂ ਜੋ ਸਾਨੂੰ ਮਿਲਦਾ ਹੈ। 2 ਕੁਰਿੰਥੀਆਂ 9 ਅਧਿਆਏ ਉਹਦੀ 10 ਆਇਤ 'ਚ ਇੱਥੇ ਲਿਖਿਆ, ਉਹ ਜੋ ਬੀਜਣ ਵਾਲੇ ਨੂੰ ਬੀਜਣ ਦੇ ਲਈ ਬੀਜ ਅਤੇ ਖਾਣ ਦੇ ਲਈ ਰੋਟੀ ਦਿੰਦਾ ਹੈ, ਉਹ ਤੁਹਾਨੂੰ ਵੀ ਬੀਜ ਦੇਵੇਗਾ ਅਤੇ ਉਸ ਨੂੰ ਵਧਾਏਗਾ। ਇਸ ਤਰ੍ਹਾਂ ਤੁਹਾਡੀ ਖੁੱਲ੍ਹ ਦਿਲੀ ਦੀ ਫਸਲ ਵਿੱਚ ਵਾਧਾ ਹੋ ਜਾਏਗਾ। ਹਾਲੇਲੂਇਆ। ਬਾਈਬਲ ਦੱਸਦੀ ਹੈ ਕਿ ਉਹ ਬੀਜਣ ਵਾਲੇ ਨੂੰ ਬੀਜ ਦੇਵੇਗਾ ਅਤੇ ਖਾਣ ਦੇ ਲਈ ਰੋਟੀ ਦੇਗਾ। ਬਾਈਬਲ ਵੀ ਇਹੀ ਗੱਲ ਦੱਸਦੀ ਹੈ ਕਿ ਜੋ ਬੀਜਣ ਵਾਲਾ ਉਹਨੂੰ ਉਹ ਬੀਜ ਦੇਗਾ, ਖਾਣ ਵਾਲੇ ਨੂੰ ਰੋਟੀ ਦੇਗਾ। ਪਰ ਅੱਗੇ ਕੀ ਲਿਖਿਆ ਕਿ ਉਹ ਤੁਹਾਨੂੰ ਵੀ ਬੀਜ ਦੇਗਾ, ਤੁਹਾਨੂੰ ਵੀ ਰੋਟੀ ਦੇਗਾ ਨਹੀਂ ਲਿਖਿਆ, ਕਿਉਂਕਿ ਜੇ ਰੋਟੀ ਹੈ ਉਹ ਖਾਵਾਂਗੇ ਖਤਮ ਹੋ ਜਾਏਗੀ, ਪਰ ਜੇ ਬੀਜ ਹੈ ਉਹਨੂੰ ਬੀਜਾਂਗੇ ਤਾਂ ਉਹ ਹੋਰ ਜ਼ਿਆਦਾ ਫਲ ਲੈ ਕੇ ਆਏਗੀ, ਉਹ ਹੋਰ ਜ਼ਿਆਦਾ ਪ੍ਰੋਡਿਊਸ ਕਰੇਗੀ ਚੀਜ਼ਾਂ ਨੂੰ। ਪਰਮੇਸ਼ਰ ਚਾਹੁੰਦੇ ਨੇ ਕਿ ਉਹ ਸਾਨੂੰ ਬੀਜ ਦੇਣ ਤੇ ਉਹ ਬੀਜ ਸਾਡੀ ਜ਼ਿੰਦਗੀ 'ਚ ਵਧੇ। ਸਾਡਾ ਥੋੜਾ ਵਿਸ਼ਵਾਸ ਇੱਕ ਬੀਜ ਦੀ ਤਰ੍ਹਾਂ, ਜੇ ਅਸੀਂ ਉਹਦੇ ਤੇ ਕੰਮ ਕਰਾਂਗੇ ਉਹ ਵਧੇਗਾ। ਬਾਈਬਲ ਦੱਸਦੀ ਹੈ ਕਿ ਉਹਨੇ ਇੱਕ ਬੀਜ ਦਾ ਹੀ ਦ੍ਰਿਸ਼ਟਾਂਤ ਕਿਉਂ ਦਿੱਤਾ।
ਕਿਉਂ ਬੀਜ ਦੀ ਹੀ ਐਗਜ਼ਾਮਪਲ ਦਿੱਤੀ? ਕੀ ਤੁਸੀਂ ਜਾਣਦੇ ਹੋ ਕਿ ਜੋ ਕੁਝ ਵੀ ਅਸੀਂ ਖਾਂਦੇ ਆ ਉਹਦੇ ਵਿੱਚ ਇੱਕ ਬੀਜ ਹੁੰਦਾ, ਉਹ ਬੀਜ ਮਿੱਠਾ ਨਹੀਂ ਹੁੰਦਾ, ਉਹ ਬੀਜ ਕੌੜਾ ਹੁੰਦਾ। ਕਿਉਂ ਉਹ ਬੀਜ ਨੂੰ ਪਰਮੇਸ਼ਰ ਨੇ ਕੌੜਾ ਬਣਾਇਆ? ਇੱਕ ਬਹੁਤ ਮਿੱਠਾ ਫਰੂਟ ਪਰ ਉਹਦਾ ਬੀਜ ਕੌੜਾ ਕਿਉਂ? ਉਹ ਇਸ ਕਰਕੇ ਕਿ ਕਿਤੇ ਮਨੁੱਖ ਉਸ ਫਰੂਟ ਦੇ ਨਾਲ ਨਾਲ ਉਸ ਬੀਜ ਨੂੰ ਵੀ ਨਾ ਖਾ ਜਾਵੇ। ਜੇ ਉਹ ਬੀਜ ਮਿੱਠਾ ਹੁੰਦਾ ਤਾਂ ਅਸੀਂ ਬੀਜ ਵੀ ਖਾ ਜਾਂਦੇ ਤੇ ਉਹ ਕਦੇ ਵੀ ਰੀਪਰੋਡਿਊਸ ਨਾ ਹੁੰਦਾ। ਹਾਲੇਲੂਇਆ। ਪਰਮੇਸ਼ਰ ਨੇ ਉਹਨੂੰ ਕੌੜਾ ਰੱਖਿਆ, ਕਿਉਂ? ਤਾਂ ਕਿ ਅਸੀਂ ਉਹਨੂੰ ਨਾ ਖਾਈਏ ਤੇ ਅਸੀਂ ਉਹਨੂੰ ਉਸੇ ਕੰਮ 'ਚ ਲੈ ਕੇ ਆਈਏ ਜਿਸ ਕੰਮ ਦੇ ਲਈ ਪਰਮੇਸ਼ਰ ਨੇ ਉਹਨੂੰ ਰੱਖਿਆ। ਹਾਲੇਲੂਇਆ। ਇਸੇ ਤਰ੍ਹਾਂ ਉਹ ਕੌੜੀਆਂ ਯਾਦਾਂ, ਉਹ ਮੁਸੀਬਤਾਂ, ਉਹ ਟਰਬਲ ਜੋ ਸਾਡੀ ਲਾਈਫ 'ਚ ਆਉਂਦੀਆਂ ਨੇ, ਅਸੀਂ ਉਹਨੂੰ ਦੇਖ ਕੇ ਭੱਜ ਨਾ ਜਾਈਏ, ਪਰ ਅਸੀਂ ਉਸ ਟਾਈਮ ਯਾਦ ਕਰੀਏ ਕਿ ਕਿਸ ਤਰ੍ਹਾਂ ਪਰਮੇਸ਼ਰ ਨੇ ਉਸ ਟਾਈਮ ਮੇਰੀ ਸਹਾਇਤਾ ਕੀਤੀ। ਉਹ ਅੱਜ ਵੀ ਉਹੀ ਪਰਮੇਸ਼ਰ ਹੈ, ਉਹ ਕਦੇ ਬਦਲਣ ਵਾਲਾ ਨਹੀਂ। ਉਹਨੇ ਉਸ ਟਾਈਮ ਤੇ ਮੇਰੀ ਸਹਾਇਤਾ ਕੀਤੀ, ਉਹ ਅੱਜ ਵੀ ਕਰ ਸਕਦਾ। ਪਰ ਅਸੀਂ ਦੇਖਣਾ ਕਿ ਅਸੀਂ ਆਪਣੇ ਬੀਜ ਨੂੰ ਬੀਜਿਆ ਜਾਂ ਨਹੀਂ ਬੀਜਿਆ, ਅਸੀਂ ਆਪਣੀ ਪ੍ਰਾਰਥਨਾ ਦੀ ਲਾਈਫ ਨੂੰ ਵਧਾਇਆ ਜਾਂ ਨਹੀਂ ਵਧਾਇਆ, ਅਸੀਂ ਵਿਸ਼ਵਾਸ 'ਚ ਵਧੇ ਹਾਂ ਜਾਂ ਉੱਥੇ ਹੀ ਖੜੇ ਹਾਂ। ਯਾਦ ਰੱਖੋ, ਜਦੋਂ ਬਾਈਬਲ ਕਹਿੰਦੀ ਜਦੋਂ ਇੱਕ ਵਾਰ ਦੁਸ਼ਟ ਆਤਮਾ ਨਿਕਲ ਜਾਂਦੀ ਹੈ, ਉਸ ਤੋਂ ਬਾਅਦ ਉਹ ਇਸ ਚੀਜ਼ ਨੂੰ ਵਾਚ ਕਰਦੀ ਹੈ ਕਿ ਜਿਸ ਜਗ੍ਹਾ ਤੋਂ ਮੈਂ ਨਿਕਲੀ ਹਾਂ ਉਹ ਸਾਫ਼ ਸੁਥਰਾ, ਉਹ ਬਿਲਕੁਲ ਖਾਲੀ ਹੈ ਜਾਂ ਉਹ ਪਵਿੱਤਰ ਆਤਮਾ ਨਾਲ ਭਰ ਚੁੱਕਿਆ। ਜੇ ਉਹ ਘਰ, ਬਾਈਬਲ ਕਹਿੰਦੀ, ਪਵਿੱਤਰ ਆਤਮਾ ਨਾਲ ਭਰਿਆ ਹੋਏਗਾ, ਦੁਸ਼ਟ ਆਤਮਾ ਕਦੇ ਦੁਬਾਰਾ ਉੱਥੇ ਨਹੀਂ ਆ ਸਕਦਾ। ਪਰ ਜੇ ਉਹ ਘਰ ਖਾਲੀ ਰਹੇਗਾ, ਉਸ ਘਰ ਦੇ ਵਿੱਚ ਕੁਝ ਨਹੀਂ ਹੋਏਗਾ, ਤਾਂ ਉਹ ਦੁਸ਼ਟ ਆਤਮਾ ਆਪਣੇ ਤੋਂ 7 ਹੋਰ ਬੁਰੀਆਂ ਦੁਸ਼ਟ ਆਤਮਾਵਾਂ ਨੂੰ ਲੈ ਕੇ ਉਸ ਜਗ੍ਹਾ ਤੇ ਆਏਗੀ, ਕਿਉਂਕਿ ਉਹ ਕਹਿੰਦੀ ਹੈ ਇਹ ਮੇਰਾ ਹੀ ਘਰ ਹੈ, ਮੈਂ ਫਿਰ ਉੱਥੇ ਜਾਵਾਂਗੀ। ਹਾਲੇਲੂਇਆ। ਮੁਸੀਬਤ ਦਾ ਆਣਾ ਕੋਈ ਵੱਡੀ ਗੱਲ ਨਹੀਂ, ਮੁਸੀਬਤ ਦੇ ਵਿੱਚੋਂ ਨਿਕਲ ਜਾਣਾ ਵੀ ਕੋਈ ਵੱਡੀ ਗੱਲ ਨਹੀਂ, ਪਰ ਉਸ ਮੁਸੀਬਤ ਦੇ ਟਾਈਮ ਤੇ ਉਸ ਮੁਸੀਬਤ ਤੇ ਨਿਕਲਣ ਤੋਂ ਬਾਅਦ ਕੀ ਅਸੀਂ ਪਰਮੇਸ਼ਰ ਦੇ ਵਿੱਚ ਬਣੇ ਰਹਿੰਦੇ ਹਾਂ? ਕੀ ਅਸੀਂ ਬਾਈਬਲ 'ਚ ਦਿੱਤੇ 911 ਦੇ ਉੱਤੇ ਫੇਥ ਕਰਦੇ ਹਾਂ? ਬਾਈਬਲ ਕਹਿੰਦੀ ਮੁਸੀਬਤ ਦੇ ਟਾਈਮ ਤੇ ਤੂੰ ਉਹਨੂੰ ਪੁਕਾਰ, ਤੂੰ ਉਹਦੀ ਦੁਹਾਈ ਦੇ, ਉਹ ਤੇਰੀ ਸੁਣੇਗਾ। ਉਹ ਈਜ਼ੀਲੀ ਮਿਲਣ ਵਾਲੀ ਸਹਾਇਤਾ ਹੈ। ਬਾਈਬਲ ਕਹਿੰਦੀ ਜੋ ਪਰਮ ਪ੍ਰਧਾਨ ਦੇ ਛਾਏ ਹੋਏ ਸਥਾਨ 'ਚ ਬੈਠਾ ਰਹਿੰਦਾ ਹੈ, ਉਹ ਉਹਨੂੰ ਆਪਣੇ ਖੰਭਾਂ ਦੇ ਥੱਲੇ ਲੈ ਲੈਂਦਾ, ਉਹਨੂੰ ਸਹੀ ਸਮੇਂ ਤੇ ਉੱਚੇ ਚੱਕਦਾ। ਹਾਲੇਲੂਇਆ। ਮੇਰੇ ਪਿਆਰਿਓ, ਪਰਮੇਸ਼ਵਰ ਸਾਨੂੰ ਸਿਰਫ ਮੁਸੀਬਤ ਤੋਂ ਛੁਡਾਉਣਾ ਨਹੀਂ ਚਾਹੁੰਦੇ, ਉਹ ਛੁਡਾਉਣਗੇ ਮੁਸੀਬਤ ਤੋਂ, ਪਰ ਉਹਦੇ ਨਾਲ ਨਾਲ ਉਹ ਚਾਹੁੰਦੇ ਨੇ ਕਿ ਇਹ ਵਿਸ਼ਵਾਸ ਦਾ ਬੀਜ ਸਾਡੀ ਲਾਈਫ 'ਚ ਬੀਜਿਆ ਜਾਵੇ, ਤਾਂ ਕਿ ਜਦੋਂ ਦੁਬਾਰਾ ਕਿਸੇ ਹੋਰ ਦੀ ਲਾਈਫ 'ਚ ਵੀ ਅਸੀਂ ਟਰਬਲ ਦੇਖੀਏ ਤਾਂ ਅਸੀਂ ਉਹਨੂੰ ਦੱਸ ਸਕੀਏ ਕਿ ਬਾਈਬਲ ਕਹਿੰਦੀ ਹੈ ਕਿ ਜੇ ਤੂੰ ਮਾੜੇ ਸਮੇਂ 'ਚ, ਔਖੇ ਸਮੇਂ 'ਚ ਵੀ ਤੂੰ ਵਿਸ਼ਵਾਸ ਕਰੇਂਗਾ, ਤੂੰ ਪ੍ਰਾਰਥਨਾ ਕਰੇਂਗਾ, ਮੇਰੇ ਨਾਲ ਜੁੜਿਆ ਰਹੇਂਗਾ, ਮੇਰੇ ਉਸ ਛਾਏ ਹੋਏ ਸਥਾਨ ਤੇ ਬੈਠਿਆ ਰਹੇਂਗਾ, ਮਤਲਬ ਪ੍ਰਾਰਥਨਾ ਦੀ ਲਾਈਫ, ਆਰਾਧਨਾ ਦੀ ਲਾਈਫ, ਪਰਮੇਸ਼ਰ ਨਾਲ ਜੁੜੇ ਰਹਿਣ ਦੀ ਲਾਈਫ, ਜੇ ਤੂੰ ਉਸ ਟਾਈਮ ਵੀ ਰੱਖੇਂਗਾ, ਉਹ ਤੈਨੂੰ ਕੱਢ ਲਏਗਾ ਸਭ ਟਰਬਲਸ ਦੇ ਵਿੱਚੋਂ। ਫਿਰ ਤੈਨੂੰ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ। ਅੱਜ ਕੀ ਇਹ ਹੁੰਦਾ, ਜਦੋਂ ਅਸੀਂ ਟਰਬਲ 'ਚ ਜਾਂਦੇ ਹਾਂ, ਅਸੀਂ ਪਹਿਲਾਂ ਆਪਣੀ ਅਪਰੋਚ ਲਗਾਉਣੀਆਂ ਸ਼ੁਰੂ ਕਰਦੇ ਹਾਂ, ਪਹਿਲਾਂ ਅਸੀਂ ਆਪਣੇ ਤਰ੍ਹਾਂ ਨਾਲ ਚੀਜ਼ਾਂ ਨੂੰ ਫਿਕਸ ਕਰਨਾ ਸ਼ੁਰੂ ਕਰਦੇ ਹਾਂ। ਪਰ ਮੇਰੇ ਪਿਆਰਿਓ, ਬਾਈਬਲ ਕਹਿੰਦੀ ਉਸ ਤੋਂ ਪਹਿਲਾਂ ਅਸੀਂ ਪਰਮੇਸ਼ਰ ਦੇ ਕੋਲ ਬੈਠੀਏ, ਅਸੀਂ ਮੁਸੀਬਤ ਦੇ ਟਾਈਮ ਉਹਦੇ ਕੋਲ ਜਾਈਏ। ਜਦੋਂ ਅਸੀਂ ਉਹਦੇ ਕੋਲ ਬੈਠਾਂਗੇ, ਉਹ ਸਾਡੇ ਨਾਲ ਗੱਲ ਕਰੇਗਾ, ਫਿਰ ਉਹ ਸਾਨੂੰ ਦੱਸੇਗਾ ਕਿ ਅਸੀਂ ਕਿੱਥੇ ਜਾਈਏ ਤੇ ਕਿਹਨੂੰ ਅਪਰੋਚ ਕਰੀਏ। ਫਿਰ ਉਹ ਸਾਨੂੰ ਗਾਈਡ ਕਰੇਗਾ ਕਿ ਉਸ ਬੰਦੇ ਕੋਲ ਜਾ, ਉਹਨੂੰ ਕਾਲ ਕਰ, ਉਹਦੇ ਨਾਲ ਗੱਲ ਕਰ। ਫਿਰ ਮੁਸੀਬਤ ਜੜੋਂ ਖਤਮ ਹੋਏਗੀ, ਫਿਰ ਉਹ ਪਹਾੜ ਉਖੜ ਕੇ ਸਮੁੰਦਰ ਦੇ ਵਿੱਚ ਚਲਾ ਜਾਏਗਾ। ਹਾਲੇਲੂਇਆ। ਪਰ ਅੱਜ ਟਰਬਲ ਇਹ ਹੈ, ਸਾਨੂੰ ਲੱਗਦਾ ਅਸੀਂ ਖੁਦ ਆਪਣੇ ਆਪ ਚੀਜ਼ਾਂ ਨੂੰ ਫਿਕਸ ਕਰ ਲਵਾਂਗੇ। ਹੋ ਸਕਦਾ ਅਸੀਂ ਫਿਕਸ ਕਰ ਲਈਏ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜੇ ਪਰਮੇਸ਼ਰ ਦੀ ਪ੍ਰੈਜ਼ੈਂਸ ਉਸ ਟਾਈਮ ਤੇ ਸਾਨੂੰ ਲੀਡ ਕਰਦੀ ਹੋਏਗੀ ਤਾਂ ਅਸੀਂ ਉਸ ਮੁਸੀਬਤ ਤੋਂ ਬਹੁਤ ਈਜ਼ੀਲੀ ਨਿਕਲ ਜਾਵਾਂਗੇ ਤੇ ਦੁਬਾਰਾ ਕਦੇ ਸਾਨੂੰ ਉਹਦੇ 'ਚ ਫਸਣ ਨਹੀਂ ਦੇਗਾ। ਹਾਲੇਲੂਇਆ। ਅਸੀਂ ਉਸ ਰੂਟ ਨੂੰ ਦੇਖੀਏ, ਅਸੀਂ ਉਸ ਰੂਟ 'ਚ ਜਾਈਏ ਕਿ ਟਰਬਲ ਕਿਉਂ ਆਈ, ਕਿਤੇ ਮੇਰੀ ਫਾਸਟਿੰਗ, ਕਿਤੇ ਮੇਰੀ ਪ੍ਰੇਅਰ, ਕਿਤੇ ਮੇਰੀ ਆਰਾਧਨਾ ਤੇ ਕਿਤੇ ਪਰਮੇਸ਼ਵਰ ਦੇ ਨਾਲ ਦੇਣ ਵਾਲਾ ਵਕਤ ਮੈਂ ਖਰਾਬ ਤਾਂ ਨਹੀਂ ਕਰ ਦਿੱਤਾ, ਕਿਤੇ ਆਪਣੀ ਲਾਈਫ ਨੂੰ ਆਪਣੇ ਤਰ੍ਹਾਂ ਤਾਂ ਚਲਾਉਣਾ ਸ਼ੁਰੂ ਨਹੀਂ ਕਰ ਦਿੱਤਾ। ਮੇਰੇ ਪਿਆਰਿਓ, ਬਾਈਬਲ ਦੱਸਦੀ ਹੈ ਪਰਮੇਸ਼ਵਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ, ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ, ਜੋ ਕੋਈ ਉਹਦੇ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪਾਏ। ਬਾਈਬਲ ਕਹਿੰਦੀ ਆ ਉਹ ਸਾਡੇ ਨਾਲ ਬਹੁਤ ਪ੍ਰੇਮ ਕਰਦਾ। ਮੁਸੀਬਤ ਦੇ ਟਾਈਮ ਦੇ ਵਿੱਚ ਬਹੁਤ ਈਜ਼ੀਲੀ ਮਿਲਣ ਵਾਲੀ ਸਹਾਇਤਾ ਪਰਮੇਸ਼ਰ ਵੱਲੋਂ ਹੈ। ਦਾਊਦ ਕਹਿੰਦਾ ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਚੱਕਾਂਗਾ, ਮੇਰੀ ਸਹਾਇਤਾ ਕਿੱਥੋਂ ਆਏਗੀ? ਮੇਰੀ ਸਹਾਇਤਾ ਯਹੋਵਾ ਵੱਲੋਂ ਆਉਂਦੀ ਹੈ, ਮੇਰੀ ਸਹਾਇਤਾ ਯੀਸ਼ੂ ਮਸੀਹ ਪਰਮੇਸ਼ਰ ਵੱਲੋਂ ਆਉਂਦੀ ਹੈ। ਅੱਜ ਤੁਸੀਂ ਜਾਣਦੇ ਹੋ ਤੁਹਾਡੀ ਸਹਾਇਤਾ ਕਿਹਦੇ ਵੱਲੋਂ ਆਉਂਦੀ ਹੈ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜੇ ਤੁਸੀਂ ਯੀਸ਼ੂ ਮਸੀਹ ਦੇ ਨਾਲ ਆਪਣਾ ਵਕਤ ਦਿਓਗੇ, ਜੇ ਆਪਣੀ ਲਾਈਫ ਦੇ ਵਿੱਚ ਉਹਦੇ ਨਾਲ ਆਪਣੇ ਰਿਲੇਸ਼ਨ ਨੂੰ ਤੁਸੀਂ ਬਿਲਡ ਕਰੋਗੇ, ਉਹ ਮੁਸੀਬਤ ਦੇ ਟਾਈਮ ਤੇ ਈਜ਼ੀਲੀ ਮਿਲਣ ਵਾਲੀ ਸਹਾਇਤਾ ਬਾਈਬਲ ਕਹਿੰਦੀ ਹੈ।
ਹਾਲੇਲੂਇਆ। ਮੇਰਾ ਇਹ ਵਿਸ਼ਵਾਸ ਹੈ ਇਹ ਵਚਨ ਤੁਹਾਡੀ ਜ਼ਿੰਦਗੀ 'ਚ ਕੰਮ ਕਰਨਗੇ। ਆਓ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਈਏ। ਮੈਂ ਤੁਹਾਡੇ ਸਾਰਿਆਂ ਲਈ ਦੁਆ ਕਰਾਂਗਾ। ਸਰਵਸ਼ਕਤੀਮਾਨ ਪਰਮੇਸ਼ਵਰ ਯੀਸ਼ੂ ਮਸੀਹ ਨਾਸਰੀ, ਮੈਂ ਧੰਨਵਾਦ ਕਰਦਾ ਤੁਹਾਡਾ। ਤੁਸੀਂ ਦਇਆ ਕਰਨ ਵਾਲੇ ਪਰਮੇਸ਼ਵਰੋਂ, ਅੱਛੇ ਸੱਚੇ ਜੀਵਤ ਤੋਂ ਖੁਦਾਵੰਦ। ਬਾਈਬਲ ਕਹਿੰਦੀ ਹੈ ਮੁਸ਼ਕਿਲ ਮੁਸੀਬਤ ਦੇ ਵਕਤ ਤੁਸੀਂ ਈਜ਼ੀਲੀ ਮਿਲਣ ਵਾਲੀ ਸਹਾਇਤਾ ਹੋ। ਅੱਜ ਮੈਂ ਪ੍ਰਾਰਥਨਾ ਕਰਦਾ ਜਿੰਨੇ ਮੇਰੇ ਭੈਣ ਭਰਾ, ਬੱਚੇ ਬਜ਼ੁਰਗ ਮੈਨੂੰ ਦੇਖ ਰਹੇ ਨੇ ਖੁਦਾਵੰਦ, ਇਹਨਾਂ ਦੀ ਮੁਸੀਬਤ, ਇਹਨਾਂ ਦੀ ਟਰਬਲ ਨੂੰ ਮੈਂ ਯੀਸ਼ੂ ਮਸੀਹ ਨਾਸਰੀ ਦੇ ਨਾਮ 'ਚ ਡਾਂਟਦਾ। ਇਹਨਾਂ ਦੀਆਂ ਪ੍ਰੋਬਲਮਸ, ਇਹਨਾਂ ਦੀਆਂ ਬਿਮਾਰੀਆਂ ਗਿਰਨ, ਇਹ ਫ੍ਰੀ ਹੁਣ ਖੁਦਾਵੰਦ। ਉਸ ਤੋਂ ਵੱਧ ਕੇ ਇਹਨਾਂ ਦੀ ਜ਼ਿੰਦਗੀ 'ਚ ਵਿਸ਼ਵਾਸ ਦਾ ਉਹ ਬੀਜ ਅੱਜ ਬੀਜਿਆ ਗਿਆ, 100 ਗੁਣਾ ਫਲਾਂ ਨੂੰ ਲੈ ਕੇ ਆਏ। ਤੇਰੇ ਨਾਲ ਆਪਣਾ ਵਕਤ ਬਿਤਾ ਸਕਣ, ਆਰਾਧਨਾ ਕਰਨਾ, ਪ੍ਰਾਰਥਨਾ ਕਰਨਾ, ਫਾਸਟਿੰਗ ਕਰਨਾ ਹਰ ਇੱਕ ਦੀ ਲਾਈਫ ਦਾ ਹਿੱਸਾ ਹੋਵੇ। ਕੋਈ ਅੰਧਕਾਰ ਦੀ ਸ਼ਕਤੀ ਇਹਨਾਂ ਦੀ ਜ਼ਿੰਦਗੀ ਦੇ ਫਰੂਟ ਨੂੰ ਨਾ ਚੁਰਾ ਸਕੇ। ਹਰ ਇੱਕ ਸ਼ੈਤਾਨ ਦੇ ਬੰਧਨ ਨੂੰ ਮੈਂ ਤੋੜਦਾ, ਤੇਰੇ ਲੋਕਾਂ ਨੂੰ ਫ੍ਰੀ ਕਰਦਾ। ਯੀਸ਼ੂ ਮਸੀਹ ਦੇ ਸਮਰਥੀ ਨਾਮ 'ਚ ਅਸੀਂ ਮੰਗਦੇ ਹਾਂ, ਆਮੀਨ, ਆਮੀਨ, ਹਾਲੇਲੂਇਆ। ਮੇਰਾ ਇਹ ਵਿਸ਼ਵਾਸ ਹੈ ਇਹ ਵਚਨ ਤੁਹਾਡੀ ਜ਼ਿੰਦਗੀ 'ਚ ਕੰਮ ਕਰਨਗੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜੇ ਤੁਸੀਂ ਇਨ ਪਰਸਨ ਪਰਮੇਸ਼ਰ ਦੇ ਭਵਨ 'ਚ ਆ ਕੇ ਇਤਵਾਰ ਨੂੰ ਸਭਾ ਨੂੰ ਅਟੈਂਡ ਕਰਨਾ ਚਾਹੁੰਦੇ ਹੋ, ਹਰ ਇਤਵਾਰ ਦੁਪਹਿਰੇ 1 ਵਜੇ ਅਸੀਂ ਪਰਮੇਸ਼ਰ ਦੇ ਭਵਨ ਦੇ ਵਿੱਚ ਮਿਲਦੇ ਹਾਂ। ਐਡਰੈਸ ਤੁਹਾਡੀ ਸਕਰੀਨ ਦੇ ਉੱਤੇ ਦਿੱਤਾ ਗਿਆ। ਇਸ ਤੋਂ ਇਲਾਵਾ ਜੇ ਤੁਹਾਡੀ ਕੋਈ ਵੀ ਪ੍ਰਾਰਥਨਾ ਦੀ ਰਿਕੁਐਸਟ ਹੈ, ਤੁਹਾਡਾ ਕੋਈ ਵੀ ਕੁਐਸਚਨ ਹੈ, ਕੋਈ ਡਾਊਟ ਹੈ, ਤਾਂ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ ਤੁਹਾਡੀ ਸਕਰੀਨ ਦੇ ਉੱਤੇ ਦਿੱਤੇ ਗਏ ਨੇ। ਅਸੀਂ ਮਿਲ ਕੇ ਦੁਆ ਕਰਾਂਗੇ ਤੇ ਮੇਰਾ ਇਹ ਫੇਥ ਹੈ ਪਰਮੇਸ਼ਰ ਤੁਹਾਨੂੰ ਸੇਮ ਨਹੀਂ ਰਹਿਣ ਦੇਣਗੇ। ਹਾਲੇਲੂਇਆ। ਸੋ ਅਸੀਂ ਫਿਰ ਮਿਲਾਂਗੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪ੍ਰੇਜ਼ ਦਾ ਲਾਰਡ, ਜੈ ਮਸੀਹ ਦੀ। ਗॉड ਬlesਸ ਯੂ ਆਲ। ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਭਦਾ, ਯੀਸ਼ੂ ਕੋਲ ਆਵੇਂ ਤੇ ਚੰਗਾ ਏ। ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਭਦਾ,